गुड मॉर्निंग ऑल। मैं रेनू GMS बरनाला जिला मानसा अज ਤੁਹਾਨੂੰ ਕਰਾ ਰਹੇ ਹੈਗੇ ਅਡੋਲੈਸੈਂਟ। ਵਟ ਇਜ਼ ਦੀ ਅਡੋਲੈਸੈਂਟ ਜਾਂ ਕਿਸ਼ੋਰ ਅਵਸਥਾ ਕੀ ਹੁੰਦੀ ਆ। 8ਵੀਂ ਕਲਾਸ ਦਾ ਲੈਸਨ ਹੈਗਾ ਕਿਸ਼ੋਰ ਅਵਸਥਾ ਕੀ ਹੁੰਦੀ ਹੈ। ਲੈਟਸ ਸਟੱਡੀ ਕਿਸ਼ੋਰ ਅਵਸਥਾ। ਜਦੋਂ ਅਸੀਂ ਬਾਲਗ ਹੁੰਦੇ ਆ ਜਾਂ ਪੁਬਰਟੀ ਦੀ ਸਟੇਜ ਆਉਂਦੀ ਹੈ ਬਿਟਵੀਨ 11 ਸਾਲਾਂ ਤੋਂ ਲੈ ਕੇ 19 ਸਾਲਾਂ ਤੱਕ, ਜਦੋਂ ਸਾਡੀ ਬਾਡੀ ਦੇ ਵਿੱਚ ਰੀਪਰੋਡਕਟਿਵ ਜਨਨ ਮੈਚਿਓਰਟੀ ਆਉਂਦੀ ਹੈਗੀ ਆ, ਰੀਪਰੋਡਕਟਿਵ ਮੈਚਿਓਰਟੀ ਆਉਂਦੇ ਆ, ਉਹਨੂੰ ਕੀ ਕਹਿੰਦੇ ਆ ਅਡੋਲੈਸੈਂਟ ਏਜ ਕਹਿੰਦੇ ਹੈਗੇ ਆ। ਤਾਂ ਇਹਨਾਂ ਨੂੰ ਟੀਨੇਜਰਸ ਵੀ ਕਿਹਾ ਜਾਂਦਾ ਹੈਗਾ। ਪਿਊਬਰਟੀ ਕੀ ਹੈ, ਸਾਡੀ ਬਾਡੀ 'ਚ ਸੈਵਰਲ ਚੇਂਜਸ ਆਉਣਗੇ ਜਿਹਦੇ ਨਾਲ ਅਸੀਂ ਜਨਨ ਕਿਰਿਆ ਕਰਨ ਦੇ ਕੈਪੇਬਲ ਹੋ ਜਾਂਦੇ ਹਾਂ। ਤਾਂ ਉਸ ਸਟੇਜ ਨੂੰ ਅਸੀਂ ਬਿਗਨਿੰਗ ਆਫ ਦੀ ਪਿਊਬਰਟੀ ਕਹਿੰਦੇ ਹੈਗੇ ਆ, ਮੀਨਸ ਪ੍ਰੌੜ ਅਵਸਥਾ ਦਾ ਪ੍ਰਾਪਤ ਕਰਨਾ। ਅਡੋਲੈਸੈਂਟ ਲਈ ਇਹ ਪੀਰੀਅਡ ਹੈਗਾ ਜਦੋਂ ਅਸੀਂ ਇੱਕ ਇੰਡੀਵਿਜੂਅਲ ਇੱਕ ਯੰਗ ਮੈਨ ਜਾਂ ਵੂਮੈਨ 'ਚ ਕਨਵਰਟ ਹੁੰਦਾ। ਇਹ 12 ਸਾਲ ਦੀ ਉਮਰ ਤੋਂ ਸ਼ੁਰੂ ਹੁੰਦੀ ਹੈ ਔਰ 13 ਤੋਂ 19 ਸਾਲ ਦੇ ਨੂੰ ਟੀਨੇਜਰਸ ਕਹਿੰਦੇ ਆ। ਜਨਰਲ ਟਰਮ ਹੈਗੀ ਹੈ ਟੀਨੇਜਰ ਬਹੁਤ ਸੈਕਸਿਸ ਲਈ, ਮੇਲ ਔਰ ਫੀਮੇਲਸ ਜਿਹੜੇ ਹੈਗੇ 13 ਤੋਂ 19 ਸਾਲ ਤੇ ਉਹਨਾਂ ਨੂੰ ਅਸੀਂ ਟੀਨੇਜਰਸ ਕਹਿੰਦੇ ਆ। ਅਤੇ ਇਹਦੇ ਨਾਲ ਰੀਪਰੋਡਕਟਿਵ ਮੈਚਿਓਰਟੀ ਆਉਂਦੀ ਹੈ, ਮੀਨਸ ਜਿਹੜੇ ਮੇਲਸ ਹੈਗੇ ਆ ਉਹਨਾਂ 'ਚ ਸਪਰਮ ਫੋਰਮੇਸ਼ਨ ਔਰ ਫੀਮੇਲ ਦੇ ਵਿੱਚ ਐਗ ਫੋਰਮੇਸ਼ਨ ਸਟਾਰਟ ਹੁੰਦੀ ਹੈ। ਤਾਂ ਕਰਕੇ ਇਸ ਸਟੇਜ ਨੂੰ ਅਸੀਂ ਕੀ ਕਹਿੰਦੇ ਆ ਅਡੋਲੈਸੈਂਟ ਏਜਸ। ਕੀ ਚੇਂਜਸ ਆਉਂਦੀ ਆ ਪਿਊਬਰਟੀ ਦੇ ਦੌਰਾਨ। ਗਰਲਸ ਜਾਂ ਬॉयज़ ਦੀ ਹਾਈਟ ਇਨਕਰੀਜ਼ ਹੋਣੀ ਸ਼ੁਰੂ ਹੋ ਜਾਂਦੀ ਆ, ਬਾਡੀ ਪੋਸਚਰ ਚੇਂਜ ਹੋਣਾ ਸ਼ੁਰੂ ਹੋ ਜਾਂਦਾ, ਬਾਡੀ ਸ਼ੇਪ ਬॉयज़ ਚੇਂਜ ਹੋਏਗੀ। ਸਵੈਟ ਗਲੈਂਡ ਅਤੇ ਸਬੇਸ਼ੀਅਸ ਪਸੀਨੇ ਵਾਲੀਆਂ ਜਾਂ ਤੇਲ ਵਾਲੀਆਂ ਗ੍ਰੰਥੀਆਂ ਡਿਵੈਲਪ ਹੋਣੀਆਂ ਸ਼ੁਰੂ ਹੋ ਜਾਂਦੀਆਂ। ਸੈਕਸ ਔਰਗਨਸ ਡਿਵੈਲਪ ਹੋਣਗੇ। ਮੈਂਟਲ ਗਰੋਥ ਹੁੰਦੀ ਹੈ, ਇੰਟਲੈਕਚੁਅਲ ਇਮੋਸ਼ਨਲ ਮੈਚਿਓਰਟੀ, ਇਹ ਸਾਰਾ ਕੁਛ ਪਿਊਬਰਟੀ ਸਟੇਜ 'ਚ ਹੀ ਆਉਂਦਾ। ਵੈਨ ਦੀ ਆਵਰ ਹਾਰਮੋਨਸ ਵਿਲ ਰਿਲੀਜ਼ ਐਂਡ ਵੀ ਆਰ ਗੋਇੰਗ ਟੂ ਦੀ ਮੈਚਿਓਰ। ਪ੍ਰਾਇਮਰੀ ਅਤੇ ਸੈਕੰਡਰੀ ਸੈਕਸ ਕਰੈਕਟਰਿਸਟਿਕਸ ਕਿਹੜੇ ਹੈਗੇ ਆ। ਪ੍ਰਾਇਮਰੀ ਸੈਕਸ ਕਰੈਕਟਰਸ 'ਚ ਰੀਪਰੋਡਕਸ਼ਨ, ਇਲਾਰਜਮੈਂਟ ਐਂਡ ਮੈਚਿਓਰ ਡਿਊਰਿੰਗ, ਮਤਲਬ ਔਰਗਨਸ ਜਿਹੜੇ ਹੈਗੇ ਰੀਪਰੋਡਕਟਿਵ ਔਰਗਨ ਇਲਾਰਜ ਹੋਣਗੇ, ਉਹਨਾਂ ਦੀ ਮੈਚਿਓਰੇਸ਼ਨ ਹੋਏਗੀ। ਸੈਕੰਡਰੀ ਕਰੈਕਟਰ 'ਚ ਸਾਈਕੋਲੋਜੀਕਲੀ ਠੀਕ ਹੈ ਮੈਚਿਓਰੇਸ਼ਨ ਹੋਏਗੀ, ਲਾਈਕ ਬ੍ਰੈਸਟ ਗਰੋਥ ਆਫ ਬੋਡੀ ਹੇਅਰਸ, ਇਹ ਕੀ ਆਉਣਗੇ ਸੈਕੰਡਰੀ ਚੇਂਜਸ, ਮੀਨਸ pigmented area in body parts also, these are the some hairs, voice the deepening hona, these are the secondary changes in the voice during the ਜਦੋਂ ਅਡੋਲੈਸੈਂਟ ਏਜ ਹੁੰਦੀ ਹੈ ਸਾਡੇ ਜੋ ਗਲਾ ਏ ਠੀਕ ਹੈ ਤਾਂ ਇਹਦੇ ਵਿੱਚ ਵੋਇਸ ਵੋਕਸ ਹੁੰਦਾ, ਵੋਕਲ ਕੋਡਸ ਡਿਵੈਲਪ ਹੋ ਜਾਂਦੀਆਂ, ਹਾਰਡ ਹੋ ਜਾਂਦੀ ਹੈ, ਤਾਂ ਕਰਕੇ ਪਿੱਚ ਹਾਈ ਹੋ ਜਾਂਦੀ ਹੈਗੀ ਹੈ। ਵੋਇਸ 'ਚ ਜੋ ਹੈ ਡੀਪ ਵੋਇਸ ਹੋਏਗੀ ਔਰ ਗਲ 'ਚ ਸ਼੍ਰਿਲਨੈਸ ਆ ਜਾਂਦੀ ਹੈਗੀ ਹੈ, ਤਿੱਖਾਪਨ, ਡਿਊ ਟੂ ਵੋਕਲ ਕੋਡਸ ਐਡਮ ਐਪਲ ਡਿਵੈਲਪ ਹੋਣ ਦੇ ਕਰਕੇ ਵੋਇਸ ਬਾਕਸ ਦੇ ਵਿੱਚ ਵੋਕਲ ਕੋਡ ਦੇ ਮਸਲ ਜੋ ਹੈ ਸਟਰੋਂਗ ਹੋ ਜਾਂਦੇ ਆ, ਤਾਂ ਉਹਨਾਂ ਦੀ ਆਵਾਜ਼ ਕੀ ਹੈ ਹੈਵੀ ਹੋ ਜਾਂਦੀ ਹੈ। ਦੀਜ਼ ਆਰ ਦੀ ਚੇਂਜਸ ਇਨ ਦੀ ਵੋਇਸ। ਦੈਨ ਸੈਕਸ਼ੂਅਲ ਡਿਵੈਲਪਮੈਂਟ ਮੀਨਸ ਔਰਗਨਸ ਦੀ ਡਿਵੈਲਪਮੈਂਟ ਹੋਣਾ, ਜਿਵੇਂ ਮੇਲਸ ਦੇ ਵਿੱਚ ਟੈਸਟਿਸ ਦਾ, ਫੀਮੇਲ ਦੇ ਵਿੱਚ ਓਵਰੀਜ਼ ਦਾ ਬਣਨਾ। ਉਸ ਟੈਸਟਿਸ ਤੋਂ ਕਿਆ ਬਣਨਗੇ ਸਪਰਮ ਅਤੇ ਹਾਰਮੋਨ ਰਿਲੀਜ਼ ਹੋਣਗੇ, ਔਰ ਓਵਰੀਜ਼ ਤੋਂ ਕਿਆ ਬਣਨਗੇ ਐਗ ਔਰ ਐਸਟ੍ਰੋਜਨ ਹਾਰਮੋਨ ਡਿਵੈਲਪ ਹੁੰਦਾ ਹੈਗਾ। ਇੱਦਾਂ ਸੈਕਸ਼ੂਅਲ ਡਿਵੈਲਪਮੈਂਟ ਹੁੰਦੀ ਹੈ, ਵੋਇਸ ਡੀਪਨ ਹੁੰਦੀ ਹੈ। ਔਰ ਸਾਡੀ ਜੋ ਹੈਗੀ ਹੈ ਮੈਂਟਲ, ਇੰਟਲੈਕਚੁਅਲ ਐਂਡ ਇਮੋਸ਼ਨਲ, ਜਿਵੇਂ ਮੈਂਟਲ ਹੈ ਅਸੀਂ ਇਸ ਏਜ 'ਤੇ ਆ ਕੇ ਅਡੋਲੈਸੈਂਟ ਏਜ ਜਾਂ ਪੁਬਰਟੀ ਸਟੇਜ 'ਤੇ ਆ ਕੇ ਸਾਡੀ ਗ੍ਰੇਟ ਕਪੈਸਿਟੀ ਹੁੰਦੀ ਹੈ ਲਰਨਿੰਗ ਦੀ। ਔਰ ਇੰਟਲੈਕਚੁਅਲ ਅਸੀਂ ਸੋਚਦੇ ਹਾਂ ਅਲੱਗ ਅਲੱਗ ਢੰਗਾਂ ਨਾਲ, ਸੈਲਫ ਅਵੇਅਰ ਕੌਨਸ਼ੀਅਸ ਹੁੰਦੇ ਹਾਂ, ਇੰਡੀਪੈਂਡੈਂਟ ਫੀਲ ਕਰਦੇ ਹਾਂ। ਦੀਜ਼ ਆਰ ਦੀ ਇੰਟਲੈਕਚੁਅਲ ਮੈਚਿਓਰਟੀ। ਐਂਡ ਇਮੋਸ਼ਨਲ, ਬਾਡੀ ਅਤੇ ਮਾਈਂਡ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਵੀ ਵਿਲ ਫੀਲ ਇਨਸਿਕਿਓਰ, ਠੀਕ ਹੈ, ਸਾਡੇ ਅੱਗੇ ਇੱਦਾਂ ਦੀਆਂ ਇਮੋਸ਼ਨਲ ਪ੍ਰੋਬਲਮਸ ਆਉਂਦੀਆਂ, ਉਹ ਸਾਰੀਆਂ ਟੀਨੇਜਰਸ ਦੇ ਟਾਈਮ ਹੀ ਆਉਂਦੀਆਂ, ਅਡੋਲੈਸੈਂਟ ਪੀਰੀਅਡ। ਦਿਸ ਇਜ਼ ਅਗੇਨ ਸ਼ੋਨ ਕਿ ਵੋਕਲ ਕੋਡ ਜਿਹੜੇ ਹੈਗੇ ਆ ਉਹ ਡਿਵੈਲਪ ਹੋ ਜਾਂਦੇ ਆ, ਜਿਹਦੇ ਕਰਕੇ ਵੋਇਸ ਜੋ ਹੈ ਹੈਵੀ ਹੋ ਜਾਏਗੀ ਵੋਇਸ 'ਚ, ਔਰ ਲੜਕੀਆਂ ਦੀ ਆਵਾਜ਼ ਹੋਰ ਸ਼੍ਰਿਲ ਹੋ ਜਾਂਦੀ ਹੈਗੀ ਆ। ਤਾਂ ਇੱਦਾਂ ਇਹਨਾਂ ਸਾਰੀਆਂ ਰੀਪਰੋਡਕਟਿਵ ਚੇਂਜਸ 'ਚ ਹਾਰਮੋਨਸ ਦਾ ਬਹੁਤ ਜ਼ਿਆਦਾ ਫੰਕਸ਼ਨ ਹੁੰਦਾ ਹੈ, ਕਾਰਜ ਹੁੰਦਾ, ਜਿਵੇਂ ਐਂਡੋਕਰਾਈਨ ਗਲੈਂਡਸ ਹੈਗੀਆਂ, ਡਕਟਲੈਸ ਗਲੈਂਡਸ ਹੁੰਦੀਆਂ,
ਇਹ ਕੀ ਆ ਹਾਰਮੋਨ ਸਕ੍ਰੀਟ ਕਰਨੇ ਸ਼ੁਰੂ ਕਰ ਦਿੰਦੀ ਹੈ। ਜਿਵੇਂ ਟੈਸਟਿਸ ਹੈ, ਟੈਸਟੋਸਟੀਰੋਨ ਹਾਰਮੋਨ ਸਕ੍ਰੀਟ ਕਰਨਗੇ। ਓਵਰੀਜ਼ ਹੈਗੀ ਆ, ਐਸਟ੍ਰੋਜਨ ਹਾਰਮੋਨ ਰਿਲੀਜ਼ ਕਰਨਗੇ। ਓਵਰੀਜ਼ ਜਾਂ ਟੈਸਟਿਸ ਦੇ ਹਾਰਮੋਨ ਪਿਚੂਟਰੀ ਗਲੈਂਡ ਦੇ ਹਾਰਮੋਨਸ ਦੇ ਅੰਡਰ ਕੰਟਰੋਲ ਕਰਨਗੇ। ਪਹਿਲਾਂ ਪਿਚੂਟਰੀ ਗਲੈਂਡ ਹਾਰਮੋਨ ਸਕ੍ਰੀਟ ਕਰੇਗੀ, ਉਹ ਓਵਰੀਜ਼ ਤੇ ਟੈਸਟਿਸ 'ਤੇ ਜਾ ਕੇ ਦੇ ਹਾਰਮੋਨਸ ਨੂੰ ਸਟੀਮੂਲੇਟ ਕਰਦੇ ਆ ਟੂ ਸਕ੍ਰੀਟ ਦੇਅਰ ਓਨ ਹਾਰਮੋਨ ਲਾਈਕ ਟੈਸਟੋਸਟੀਰੋਨ ਤੇ ਐਸਟ੍ਰੋਜਨ ਸਕ੍ਰੀਟ ਹੋਣਗੇ। ਐਜ਼ ਏ ਰਿਜ਼ਲਟ ਸਪਰਮ ਤੇ ਐਗ ਫਾਰਮੇਸ਼ਨ ਸਟਾਰਟ ਹੁੰਦੀ ਹੈ। ਮੀਨਸ ਡਿਊਰਿੰਗ ਦੀ ਅਡੋਲੇਸੈਂਟ ਏਜ hormonal changes are also there. Different types of hormones, sex hormones we already done। males 'ਚ testosterone release ਹੋਏਗਾ, ਫੀਮੇਲ ਦੇ ovaries 'ਚੋਂ estrogen। ਇਸ ਤੋਂ ਬਿਨਾਂ ਸਾਡੇ ਜਿਹੜੀ ਹੈਗੀ ਹੈ ਪਿਚੂਟਰੀ ਗਲੈਂਡ, ਉਹ ਗਰੋਥ ਹਾਰਮੋਨਸ ਸਕ੍ਰੀਟ ਕਰੇਗੀ। ਥਾਇਰਾਇਡ ਗਲੈਂਡ ਥਾਇਰੋਕਸਿਨ ਹਾਰਮੋਨ, ਜਿਸ ਦੇ ਨਾਲ ਵਾਧਾ ਵਿਕਾਸ ਹੋਏਗਾ। ਪੈਨਕ੍ਰੀਆਸ ਇੰਸੂਲਿਨ ਦਾ ਰੋਲ ਕੀ ਹੈਗਾ, ਬਲੱਡ ਦੇ ਵਿੱਚ ਗਲੂਕੋਜ਼ ਦਾ ਲੈਵਲ ਮੇਨਟੇਨ ਕਰਨਾ। ਅਡਰੀਨਲ ਗਲੈਂਡ ਦੇ ਆਰ ਸਿਚੁਏਟਡ ਔਨ ਦੀ ਕਿਡਨੀ ਐਂਡ ਰਿਲੀਜ਼ ਦੀ ਹਾਰਮੋਨ ਅਡਰੀਨਲਿਨ, ਦੈਟ ਇਜ਼ ਫੀਅਰ ਐਂਡ ਫਲਾਈਟ ਹਾਰਮੋਨਸ ਹੈਗਾ। ਠੀਕ ਹੈ, ਤਾਂ ਇਹਨਾਂ ਦੇ ਪੂਰਾ ਇੱਕ ਚੈਪਟਰ ਹੈਗਾ ਹਾਰਮੋਨਸ 'ਤੇ। ਯੂ ਕੈਨ ਸੀ ਕਿ ਡਿਫਰੈਂਟ ਹਾਰਮੋਨਸ ਆਰ ਸਟਾਰਟਡ ਰਿਲੀਜ਼ਿੰਗ। ਐਸਟ੍ਰੋਜਨ ਦੇ ਕਰਕੇ ਬ੍ਰੈਸਟ ਗਰੋਥ ਹੁੰਦੀ ਹੈ, ਪਿਊਬਿਕਸ 'ਚ ਹੇਅਰ ਗਰੋ ਕਰਨਗੇ, ਹਿਪਸ ਵਾਈਡਸ ਹੋ ਜਾਂਦੀ ਹੈ। ਦੀਜ਼ ਆਰ ਦੀ ਕਰੈਕਟਰਿਸਟਿਕਸ ਇਨ ਦੀ ਗਰਲਸ, ਯੂ ਕੈਨ ਸੇ ਇਨ ਦੀ ਫੀਮੇਲ ਡਿਵੈਲਪ ਐਂਡ ਦੀ ਇਨ ਦੀ ਬੋਇਜ਼ ਟੈਸਟੋਸਟੀਰੋਨ ਰਿਲੀਜ਼ ਹੋਣ ਦੇ ਕਰਕੇ ਬੋਡੀ ਹੇਅਰ ਗਰੋ ਕਰਨਗੇ, ਵੋਇਸ ਬ੍ਰੇਕ ਹੋ ਜਾਂਦੀ ਹੈ, ਮਸਲ ਗਰੋਥ ਇਨਕਰੀਜ਼ ਹੋ ਜਾਂਦੀ ਹੈ, ਸਟੈਮੀਨਾ ਵਧੇਗਾ। ਤਾਂ ਇਹ ਕੀ ਸੀਗੇ ਮੇਲਸ ਦੇ ਵਿੱਚ ਜੋ ਰਿਪਰੋਡਕਟਿਵ ਚੇਂਜਸ ਆਉਂਦੀ ਹੈ। ਇੰਪੋਰਟੈਂਸ ਆਫ ਰਿਪਰੋਡਕਟਿਵ ਹੈਲਮੈਂਟ, ਸੈਂਟਰਲ ਫੀਚਰ ਰਿਪਰੋਡਕਟਿਵ ਹੈਲਥ ਸੈਂਟਰਲ ਫੀਚਰ ਆਫ ਹਿਊਮਨ ਡਿਵੈਲਪਮੈਂਟ। ਠੀਕ, ਓਨਲੀ ਏ ਹੈਲਦੀ ਫੀਮੇਲ ਕੈਨ ਕਲੂਮੀਨੇਟ ਇਨਟੂ ਦੀ ਹੈਲਥੀ ਚਾਈਲਡ। ਜੇ ਫੀਮੇਲ ਹੈਲਦੀ ਹੋਏਗੀ ਤਾਂ ਹੀ ਉਹ ਇੱਕ ਹੈਲਦੀ ਬੱਚੇ ਨੂੰ ਜਨਮ ਦੇ ਸਕੇਗੀ। ਗੁੱਡ ਰਿਪਰੋਡਕਟਿਵ ਹੈਲਥ ਦੇ ਨਾਲ ਚੰਗੇ ਰਿਲੇਸ਼ਨਸ਼ਿਪ ਬਣਦੇ ਹੈਗੇ ਆ। ਤਾਂ ਸਾਡੀ ਰਿਪਰੋਡਕਟਿਵ ਹੈਲਥ ਸਹੀ ਹੋਣੀ ਚਾਹੀਦੀ ਹੈ, ਜਿਹਦੇ ਨਾਲ ਸਾਡੀ ਡਿਵੈਲਪਮੈਂਟ ਵੀ ਸਹੀ ਹੁੰਦੀ ਹੈ। ਰੋਲ ਆਫ ਹਾਰਮੋਨ ਇਨ ਇਨੀਸ਼ੀਏਟਿੰਗ ਦੀ ਰਿਪਰੋਡਕਟਿਵ ਫੰਕਸ਼ਨ, ਪਿਚੂਟਰੀ ਗਲੈਂਡ ਹਾਰਮੋਨ ਰਿਲੀਜ਼ ਕਰੇਗੀ। ਦੇ ਵਿਲ ਸਟੀਮੂਲੇਟ ਦੀ ਟੈਸਟਿਸ ਐਂਡ ਓਵਰੀ, ਟੈਸਟਿਸ ਤੇ ਓਵਰੀ ਟੈਸਟੋਸਟੀਰੋਨ ਤੇ ਐਸਟ੍ਰੋਜਨ ਹਾਰਮੋਨ ਰਿਲੀਜ਼ ਕਰਨਗੇ। ਠੀਕ ਹੈ, ਐਜ਼ ਏ ਰਿਜ਼ਲਟ ਬੋਡੀ ਦੇ ਵਿੱਚ ਔਨਸੈਟ ਆਫ ਪਿਊਬਰਟੀ ਵਿਲ ਟੇਕਸ ਪਲੇਸ। ਪਹਿਲਾਂ ਹੀ ਹੋ ਚੁੱਕਿਆ ਕਿ ਹਾਰਮੋਨਸ ਦਾ ਫੰਕਸ਼ਨ ਕੀ ਹੈਗਾ ਬੋਡੀ ਦੇ ਵਿੱਚ, ਦਿਸ ਵੀ ਆਲਸੋ ਡਨ। ਇਹ ਹਾਰਮੋਨਲ ਚੇਂਜਸ ਦੇ ਕਰਕੇ ਜਿਵੇਂ ਅਸੀਂ ਕਰ ਸਕਦੇ ਹਾਂ ਵੀ ਹੈਗਾ ਸਿਲਕ ਵੋਮ ਦਾ ਸਿਲਕ ਮੋਥ ਦਾ ਲਾਈਫ ਸਾਈਕਲ। ਐਗਸ ਤੋਂ ਕੀ ਬਣਦੇ ਹੈਗੇ ਆ, ਕੈਟਰਪਿਲਰ ਲਾਰਵਾ, ਉਹਨਾਂ ਦੇ ਸਾਈਡ 'ਤੇ ਫਾਈਬਰਸ ਦੀ ਕੋਟਿੰਗ ਹੋ ਜਾਂਦੀ ਹੈ, ਕਕੂਨ ਕਿਹਾ ਜਾਂਦਾ ਹੈਗਾ। ਉਹ ਕਕੂਨ ਜਦੋਂ ਮੈਚਿਓਰ ਹੋ ਜਾਂਦੇ, ਦੇ ਵਿਲ ਚੇਂਜ ਇਨਟੂ ਦੀ ਅਡਲਟ ਮੋਥ। ਤਾਂ ਇਸ ਪ੍ਰੋਸੈਸ ਨੂੰ ਮੈਟਾਮੋਰਫੋਸਿਸ ਕਿਹਾ ਜਾਂਦਾ ਹੈ। ਮੀਨਸ ਕਕੂਨ ਤੋਂ ਅਡਲਟ ਦਾ ਬਣਨਾ, ਦੈਟ ਇਜ਼ ਮੈਟਾਮੋਰਫੋਸਿਸ। ਔਰ ਇਹ ਵੀ ਹਾਰਮੋਨਲਸ ਦੇ ਕਰਕੇ ਹੀ ਹੁੰਦਾ ਹੈਗਾ ਮੇਨਲੀ, ਤਾਂ ਡਿਊ ਟੂ, ਠੀਕ ਹੈ। ਤਾਂ ਦਿਸ ਇਜ਼ ਦੀ ਲਾਈਫ ਸਾਈਕਲ ਆਫ ਸਿਲਕ ਮੋਥ, ਐਗ ਟੂ ਅਡਲਟ 'ਚ ਚੇਂਜਸ। ਸੇਮ ਜੋ ਹੈਗੇ ਆ ਫਰੋਗ, ਇਹਨਾਂ ਦੇ ਵਿੱਚ ਐਕਸਟਰਨਲ ਫਰਟੀਲਾਈਜੇਸ਼ਨ ਹੁੰਦੀ ਹੈ। ਫੀਮੇਲ ਲੇਜ਼ ਦੀ ਐਗਸ ਇਨ ਦੀ ਪੌਂਡ ਐਂਡ ਦੀ ਸਪਰਮਸ ਆਰ ਪਲੇਸਡ ਬਾਈ ਦੀ ਮੇਲ ਔਨ ਦੇ ਐਗਸ। ਕੀ ਹੁੰਦਾ, ਅੰਡੇ ਜੋ ਹੈ ਤਲਾਬ ਦੇ ਵਿੱਚ ਦਿੰਦੇ ਹੈਗੇ ਆ ਫੀਮੇਲ, ਉਹਦੇ ਉੱਤੇ ਮੇਲਸ ਜੋ ਹੈ ਸਪਰਮ ਸਪਰੇ ਕਰ ਜਾਂਦਾ। ਤਾਂ ਐਜ਼ ਏ ਰਿਜ਼ਲਟ ਐਕਸਟਰਨਲ ਫਰਟੀਲਾਈਜੇਸ਼ਨ ਹੁੰਦੀ ਹੈ। ਠੀਕ ਹੈ, ਫਸਟ ਸਟੇਜ ਜਿਹੜੀ ਹੈਗੀ ਹੈ ਟੈਡਪੋਲ ਤੁਸੀਂ ਦੇਖ ਸਕਦੇ ਹੋ, ਫਿਸ਼ ਲਾਈਕ ਹੈ, ਲੌਂਗ ਟੇਲ ਹੈਗੀ ਹੈ। ਹੌਲੀ ਹੌਲੀ ਟੇਲ ਕੀ ਹੈ ਡਿਸਅਪੀਅਰ ਸ਼ੁਰੂ ਹੋ ਜਾਂਦੀ ਹੈ, ਅਪੈਂਡੇਜਸ ਡਿਵੈਲਪ ਹੋਣਗੇ ਔਰ ਟੇਲ ਡਿਸਅਪੀਅਰ, ਲੰਗਸ ਡਿਵੈਲਪ ਹੋ ਜਾਂਦੇ ਹੈਗੇ ਆ। ਤਾਂ ਐਮਫੀਬੀਅਨਸ ਜਿਹੜੇ ਹੈਗੇ ਆ ਦੇ ਕੈਨ ਰਿਸਪਾਇਰ ਥਰੂ ਦੀ ਸਕਿਨ ਐਂਡ ਲੰਗਸ। ਦਿਸ ਇਜ਼ ਨੋਨ ਐਜ਼ ਦੀ ਮੈਟਾਮੋਰਫੋਸਿਸ। ਮੀਨਸ ਐਗ ਤੋਂ ਟੈਡਪੋਲ ਦਾ ਬਣਨਾ, ਟੈਡਪੋਲ ਤੋਂ ਫਰੋਗ, ਅਤੇ ਉਹਦੀ ਟੇਲ ਦਾ ਡਿਸਅਪੀਅਰ ਹੋ ਜਾਣਾ, ਅਤੇ ਲੰਗਸ ਔਰਗਨਸ ਦਾ ਉਹਦੇ ਫੁੱਲੀ ਡਿਵੈਲਪ ਹੋ ਜਾਣਾ, ਲਿੰਬਸ ਦਾ। ਮੈਟਾਮੋਰਫੋਸਿਸ ਦੈਟ ਇਜ਼ ਕਾਇਆ ਪਰਿਵਰਤਨ ਹੁੰਦਾ ਇਹਨਾਂ ਦੇ ਵਿੱਚ। ਦੀਜ਼ ਆਰ ਆਲਸੋ ਡਿਊ ਟੂ ਹਾਰਮੋਨਲਸ। ਦੈਨ ਕਮ ਟੂ ਦੀ ਹਿਊਮਨ ਬੀਇੰਗਸ। ਸਾਡੇ 'ਚ ਰਿਪਰੋਡਕਟਿਵ ਹੈਲਥ ਦੀ ਇੰਪੋਰਟੈਂਸ ਕੀ ਆ, ਉਹੀ ਕਿ ਅਗਰ ਰਿਪਰੋਡਕਟਿਵ ਹੈਲਥ ਹੋਏਗੀ ਅੱਛੀ ਤਾਂ ਹੀ ਉਹ ਸਾਡੀ ਜੋ ਲਾਈਫ ਹੈ ਅੱਛੀ ਹੋਏਗੀ। ਤਾਂ ਇਹਨੂੰ ਅਸੀਂ ਕਿਵੇਂ ਕਰ ਸਕਦੇ ਹੈਗੇ ਆ, ਸਾਡੀ ਜੋ ਰਿਪਰੋਡਕਟਿਵ ਹੈ ਜਾਂ ਸਾਡੀ ਹੈਲਥ ਨੂੰ ਸਹੀ ਕਰਨ ਲਈ ਅਸੀਂ
पर्सनल हाइजीन, वॉश योर हेयर, ठीक है, डेली हेयर अपने वॉश करो, शावर लो, कपड़े चेंज करो, नेल कट्टो और हैंड्स ਨੂੰ वॉश करो, ब्रश टीथ्स, these are the methods of personal hygiene. Then comes the underrated benefit of exercise. We should do the exercise for our health, ताकि साडी जो है मैंटल और फिजिकल और रिप्रोडक्टिव हैल्थ सही रहे। सानू एक्सरसाइज करनी चाहिए है। वी शुड नो HIV ਜਾਂ एड्स ਨੂੰ ਅਵੋਇਡ ਕਰਨ ਲਈ। ਕਈ ਬਿਮਾਰੀਆਂ ਹੁੰਦੀਆਂ ਹੈਗੀਆਂ ਸੈਕਸ ਦੇ ਕਰਕੇ ਆਉਂਦੀਆਂ, ਮਲਟੀਪਲ ਸੈਕਸ। ਡਰੱਗਸ ਨਹੀਂ ਲੈਣੇ ਚਾਹੀਦੇ ਬਲੱਡ ਟਰਾਂਸਫਿਊਜ਼ਨ ਦੇ ਥਰੂ, ਪ੍ਰੈਗਨੈਂਸੀ ਦੇ ਜਾਂ ਨੋਨ ਸਟਰਲਾਈਜ਼ ਇੰਸਟਰੂਮੈਂਟ ਯੂਜ਼ ਕਰਨ ਦੇ ਨਾਲ ਜਿਹੜਾ HIV ਵਾਇਰਸ ਹੈ ਉਹ ਇੱਕ ਪਰਸਨ ਤੋਂ ਦੂਸਰੇ ਪਰਸਨ ਤੱਕ ਫੈਲਦਾ। ਵੀ ਸ਼ੁੱਡ ਅਵੋਇਡ ਥੀਜ਼ ਡਰੱਗਸ, ਬਲੱਡ ਡਿਫਿਊਜ਼ਨ ਐਂਡ ਨਿਊਟਰੀਐਂਟਸ। ਤਾਂ ਏਡਸ ਕੀ ਹੁੰਦਾ, ਆਲ ਅਮੀਨੋ ਡੈਫੀਸ਼ੀਐਂਸੀ ਸਿੰਡਰੋਮ, ਠੀਕ ਹੈ, ਡੇਂਜਰਸ ਇਨਫੈਕਸ਼ੀਅਸ ਡਿਜ਼ੀਜ਼ ਹੈਗੀ ਹੈ। ਕਿਹੜੇ ਕਾਰਨਾਂ ਕਰਕੇ ਫੈਲਦਾ ਹੈਗਾ ਏਡਸ? ਡਿਊ ਟੂ ਸੈਕਸ, ਡਰੱਗਸ ਦੇ ਨਾਲ, ਬਲੱਡ ਟਰਾਂਸਫਿਊਜ਼ਨ ਦੇ ਨਾਲ, ਪ੍ਰੈਗਨੈਂਸੀ ਦੌਰਾਨ ਔਰ ਨੋਨ ਸਟਰਲਾਈਜ਼ ਇੰਸਟਰੂਮੈਂਟ ਯੂਜ਼ ਕਰਨ ਦੇ ਨਾਲ। ਦੀਜ਼ ਆਰ ਦੀ ਕਾਜ਼ਸ ਕਿ ਏਡਸ ਵਾਇਰਸ ਕਿਵੇਂ ਫੈਲਦਾ। ਇਹਦੇ ਵਿੱਚ ਸਾਡਾ ਇਮਿਊਨ ਸਿਸਟਮ ਖਰਾਬ ਹੋ ਜਾਂਦਾ, ਮੀਨਸ ਰੋਗਾਂ ਦੇ ਪ੍ਰਤੀ ਲੜਨ ਦੀ ਸਮਰੱਥਾ ਕੀ ਹੋ ਜਾਏਗੀ, ਘਟ ਜਾਂਦੀ ਹੈਗੀ ਆ। ਸਾਡੀ ਬਾਡੀ ਦੀ ਇਮਿਊਨਿਟੀ ਘਟ ਜਾਂਦੀ ਹੈ। ਤਾਂ ਦੀਜ਼ ਆਰ ਦਿਸ ਵਾਜ਼ ਅਬਾਊਟ ਦੀ ਏਡਸ, ਕਿਵੇਂ ਫੈਲਦਾ ਹੈਗਾ। ਔਰ ਇਹ ਇੱਦਾਂ ਦੀਆਂ ਬਿਮਾਰੀਆਂ ਜਿਵੇਂ ਏਡਸ ਹੈਗੀ ਆ, ਗੋਨਰੀਆ, ਸਿਫਿਲਿਸ, ਇੱਦਾਂ ਦੀਆਂ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਫਿਜ਼ੀਕਲ ਐਕਸਰਸਾਈਜ਼ ਕਰਨੀ ਚਾਹੀਦੀ ਹੈ। ਹੈਲਦੀ ਰਿਲੇਸ਼ਨਸ਼ਿਪ ਹੋਣੀ ਚਾਹੀਦੀ ਹੈ। ਇਨਵਾਇਰਮੈਂਟ ਸਹੀ ਹੋਣਾ ਚਾਹੀਦਾ ਹੈ। ਮੀਡੀਆ ਦੇ ਥਰੂ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ। ਸੈਕਸ਼ੂਅਲ ਆਇਡੈਂਟੀਟੀ, ਜੈਂਡਰ ਆਇਡੈਂਟੀਟੀ ਵਗੈਰਾ ਦਾ ਪਤਾ ਹੋਣਾ ਚਾਹੀਦਾ ਹੈ। ਵੈਲਿਊ ਐਂਡ ਸੋਸ਼ਲਾਈਜੇਸ਼ਨ ਐਂਡ ਰੀਪਰੋਡਕਟਿਵ ਐਂਡ sexual health, we should know to preserve our health. Thank you for watching the video. Renu.